ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਦਾ ਸ਼ੋਅ ਤੁਹਾਡੇ ਲਈ ਲੈ ਕੇ ਹਾਜ਼ਰ ਹੈ, ਜਿਹਦੇ ਵਿੱਚ ਯੂਕੇ, USA ਵਿਦਆਊਟ ਆਇਲਸ ਅਤੇ ਨਾਲ ਦੇ ਨਾਲ ਉਹ ਕੰਟਰੀਜ਼ ਜਿਹੜੇ ਵਿਦ ਆਇਲਸ ਨੇ, ਜਿਵੇਂ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਬਾਰੇ ਗੱਲਬਾਤ ਕਰਾਂਗੇ। ਸਾਰੀ ਗੱਲਬਾਤ ਕਰਨ ਲਈ ਵਿਸ਼ਵਾਸ ਇੰਟਰਨੈਸ਼ਨਲ ਤੋਂ ਮੁਕੇਸ਼ ਜੀ ਨੂੰ ਸੱਦਾ ਦਿੱਤਾ ਗਿਆ। ਮੁਕੇਸ਼ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਧੰਨਵਾਦ ਬਹੁਤ ਬਹੁਤ। ਸ਼ੁਰੂਆਤ ਯੂਕੇ ਤੋਂ ਕਰ ਲੈਂਦੇ ਹਾਂ, ਕਿਉਂਕਿ ਵਿਸ਼ਵਾਸ ਇੰਟਰਨੈਸ਼ਨਲ ਦਾ ਆਪਣਾ ਆਫਿਸ ਇੱਕ ਯੂਕੇ ਵਿੱਚ ਵੀ ਹੈ, ਅਤੇ ਯੂਕੇ ਸਪਾਊਸ ਵੀਜ਼ਾ ਲਈ, ਵਰਕ ਪਰਮਿਟ ਲਈ ਇੱਕ ਬੜੀ ਵਧੀਆ ਡੈਸਟੀਨੇਸ਼ਨ ਜਿਹੜਾ ਉਹ ਗਿਣਿਆ ਜਾਂਦਾ। ਓਵਰਆਲ ਸਿਨੈਰੀਓ ਵਿਦ ਦਾ ਵੀਜ਼ਾਜ਼, ਰਿਜ਼ਲਟਸ ਤੇ ਸਾਰੇ ਦੇ ਮੁਤਾਬਿਕ ਕਿਵੇਂ ਚੱਲ ਰਿਹਾ ਹੈ ਯੂਕੇ? ਕੀ ਕੁਝ ਕੁਐਰੀਜ਼ ਇਸ ਟਾਈਮ ਇੱਕ ਐਪਲੀਕੈਂਟ ਐਜ਼ ਅ ਸਟੂਡੈਂਟ ਤੁਹਾਡੇ ਕੋਲ ਲੈ ਕੇ ਆਉਣ? ਐਜ਼ ਅ ਐਪਲੀਕੈਂਟ, ਐਜ਼ ਅ ਸਟੂਡੈਂਟ, ਜਿਹੜੀ ਇਨਕੁਆਇਰੀਜ਼ ਅੱਜ ਦੀ ਤਰੀਕ 'ਚ ਸਾਡੇ ਸਾਹਮਣੇ ਆ ਰਹੀਆਂ, ਉਹ ਮੇਨਲੀ ਹੈ ਕਿ ਬੱਚਿਆਂ ਨੂੰ ਜਾਂ ਤਾਂ ਅਨਕੰਡੀਸ਼ਨਲ ਆਫਰ ਨਹੀਂ ਮਿਲ ਰਿਹਾ, ਆਫਰ ਲੈਟਰ ਮਿਲ ਰਿਹਾ ਤਾਂ ਕੈਸ਼ ਨਹੀਂ ਮਿਲ ਪਾ ਰਿਹਾ, ਜਾਂ ਦੂਸਰੀ ਚੀਜ਼ ਇਹ ਹੈ ਕਿ ਪ੍ਰਾਇੋਰਟੀ ਔਰ ਸੁਪਰ ਪ੍ਰਾਇੋਰਟੀ ਬੰਦ ਹੋਣ ਕਰਕੇ ਵੀਜ਼ਾ ਪ੍ਰੋਸੈਸਿੰਗ ਨੂੰ ਬਹੁਤ ਟਾਈਮ ਲੱਗ ਰਿਹਾ, ਜਿਹਦੇ ਚੱਲਦੇ ਕਿ ਇਨਟੇਕ ਜਿਹੜੇ ਹੈ ਉਹ ਬੱਚਿਆਂ ਦੇ ਸਕਿਪ ਹੋ ਰਹੇ ਹੈ। ਕਿੰਨਾ ਟਾਈਮ ਲੱਗ ਰਿਹਾ ਵੀਜ਼ਾ ਪ੍ਰੋਸੈਸਿੰਗ? 1 ਤੋਂ 1.5 ਮਹੀਨੇ ਦਾ ਟਾਈਮ ਲੱਗ ਰਿਹਾ। 1 ਤੋਂ 1.5 ਮਹੀਨੇ ਦਾ ਟਾਈਮ ਵੀਜ਼ਾ ਆਉਣ ਨੂੰ ਹੀ ਲੱਗ ਰਿਹਾ, ਕਿਉਂਕਿ ਸੁਪਰ ਪ੍ਰਾਇੋਰਟੀ ਨਹੀਂ ਚੱਲ ਰਹੀ ਜੀ। ਦੂਜਾ, ਜਿਹੜੀ ਆਪਾਂ ਗੱਲ ਕੀਤੀ ਵੀ ਕੈਸ਼ ਨਹੀਂ ਆ ਰਹੇ, ਅਨਕੰਡੀਸ਼ਨਲ ਆਫਰਸ ਨਹੀਂ ਆ ਰਹੀਆਂ, ਕੀ ਕਾਰਨ? ਇੰਟਰਵਿਊ ਨਹੀਂ ਕਲੀਅਰ ਹੋਈ, ਫਾਈਨੈਂਸ਼ੀਅਲਸ ਨਹੀਂ ਕਲੀਅਰ ਹੋ ਰਹੇ, ਜਾਂ ਕਿੱਥੇ ਦਿੱਕਤ ਆ ਰਹੀ? ਫਾਈਨੈਂਸ਼ੀਅਲਸ ਨੂੰ ਲੈ ਕੇ ਉਹਨਾਂ ਰੌਲਾ ਨਹੀਂ ਹੈ, ਕਿਉਂਕਿ ਫਾਈਨੈਂਸ਼ੀਅਲ ਕਲੀਅਰ ਦੇ ਕੋਈ ਬੜਾ ਸਿੱਧਾ ਜਿਹਾ ਕ੍ਰਾਈਟੇਰੀਆ ਹੈ ਕਿ ਇਫ ਯੂ ਹੈਵ 28 days old funds ਯੂ ਕੈਨ ਕਲੀਅਰ ਦਾ ਕਰੈਕ ਦਾ ਕੰਡੀਸ਼ਨ ਆਫ ਫੰਡਸ। ਪ੍ਰੋਬਲਮ ਜਿਹੜੀ ਆ ਰਹੀ ਹੈ, ਕ੍ਰੈਡੀਬਿਲਿਟੀ ਇੰਟਰਵਿਊ ਬੱਚਾ ਨਹੀਂ ਕਲੀਅਰ ਕਰ ਪਾ ਰਿਹਾ, ਜਾਂ ਕਿਤੇ ਨਾ ਕਿਤੇ ਯੂਨੀਵਰਸਿਟੀਜ਼ ਵੀ ਸਪੈਸ਼ਲੀ ਆਪਣੇ ਨਾਰਦਰਨ ਇੰਡੀਆ ਦੇ ਬੱਚਿਆਂ ਨੂੰ ਲੈ ਕੇ ਥੋੜ੍ਹੀ ਜਿਹੀ ਸਟ੍ਰਿਕਟ ਹੈ, ਕਿਉਂਕਿ ਉਹਨਾਂ ਦਾ ਜਿਹੜਾ ਪਾਸਟ ਐਕਸਪੀਰੀਅੰਸ ਹੈ ਉਹ ਪੰਜਾਬੀ ਸਟੂਡੈਂਟਸ ਨਾਲ ਬਹੁਤ ਵਧੀਆ ਨਹੀਂ ਰਿਹਾ, ਜਿਹਦੇ ਚੱਲ ਕੇ ਖਾਸ ਤੌਰ 'ਤੇ ਜਿਹੜਾ ਸਟੂਡੈਂਟ UG ਲਈ ਅਪਲਾਈ ਕਰ ਰਿਹਾ, ਉਹਨਾਂ ਵਿੱਚੋਂ ਅਪ ਟੂ 90%, 80-90% ਬੱਚਾ ਜਿਹੜਾ ਕਿ ਰਿਟੇਨ ਨਹੀਂ ਕੀਤਾ ਯੂਨੀਵਰਸਿਟੀਜ਼ ਦੇ ਵਿੱਚ, ਜਿਹਦੇ ਵਿੱਚ ਕਰਕੇ ਕਿ ਜਿਹੜੇ ਫਰਦਰ ਸਟੂਡੈਂਟਸ ਹੈ ਉਹਨਾਂ ਲਈ ਕਾਫੀ ਸਖਤੀ ਹੋ ਗਈ ਹੈ। ਹਾਲਾਂਕਿ ਪੋਸਟ ਗ੍ਰੈਜੂਏਟ ਸਟੂਡੈਂਟ ਲਈ ਜਿਹੜਾ ਕਿ ਮਾਸਟਰਸ ਕਰਨ ਲਈ ਜਾ ਰਿਹਾ, ਉਹਨਾਂ ਲਈ ਵੀ ਸਟਿਕਨੈਸ ਹੈ, ਪਰ ਉਨੀ ਜ਼ਿਆਦਾ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਤਕਰੀਬਨ 1 ਸਾਲ ਦੀ ਉੱਥੇ ਮਾਸਟਰ ਡਿਗਰੀ ਹੈਗੀ ਹੈ ਔਰ 1 ਸਮੈਸਟਰ ਦੀ ਫੀਸ ਪੈਂਡਿੰਗ ਰਹਿ ਜਾਂਦੀ ਹੈ ਬੱਚੇ ਦੀ। ਹਾਲਾਂਕਿ ਕੁਛ ਇੱਕ ਯੂਨੀਵਰਸਿਟੀਜ਼ ਇੱਦਾਂ ਦੀ ਵੀ ਹੈ ਜਿਹੜੀਆਂ ਪੂਰੇ ਸਾਲ ਦੀ ਫੀਸ ਯਾਨੀ ਕਿ 2 ਸਮੈਸਟਰ ਦੀ ਫੀਸ ਲੈ ਕੇ ਚੱਲ ਰਹੀਆਂ। ਬਟ ਮੇਨ ਪ੍ਰੋਬਲਮ ਜਿਹੜੀ ਹੈ ਇਹੀ ਹੈ ਕਿ ਇੰਟਰਵਿਊ ਕਲੀਅਰ ਨਾ ਹੋਣਾ, ਜਾਂ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਸਟ੍ਰਿਕਟ ਹੋਣਾ, ਜਾਂ ਪਿਛਲਾ ਜਿਹੜਾ ਪਾਸਟ ਐਕਸਪੀਰੀਅੰਸ ਹੈ ਯੂਨੀਵਰਸਿਟੀ ਦਾ ਉਹ ਆਪਣੇ ਹਰਿਆਣਾ ਪੰਜਾਬ ਦੇ ਬੱਚਿਆਂ ਨੂੰ ਲੈ ਕੇ ਵਧੀਆ ਨਾ ਹੋਣਾ, ਜਿਹਦੇ ਕਰਕੇ ਕਿ ਸਾਨੂੰ ਦਿੱਕਤਾਂ ਆ ਰਹੀਆਂ। ਬਟ ਸਾਡਾ, ਜਿਸ ਤਰ੍ਹਾਂ ਕਿ ਉਹਨੇ ਤੁਸੀਂ ਦੱਸਿਆ ਆਪਣੇ ਵੀਵਰਸ ਨੂੰ, ਕਿ ਯੂਕੇ ਦੇ ਵਿੱਚ ਬਹੁਤ ਵਧੀਆ ਹੋਲਡ ਹੈ, ਜਿਹਦਾ ਇੱਕ ਮੇਜਰ ਰੀਜ਼ਨ ਇਹ ਹੈ ਕਿ ਯੂਕੇ ਦੇ ਵਿੱਚ ਕੰਪਨੀ ਦਾ ਆਫਿਸ ਬੇਸਡ ਹੈ, ਔਰ ਸਾਡਾ ਜਿਹੜਾ ਤਜਰਬਾ ਹੈ, ਜਿਹੜਾ ਹੋਲਡ ਹੈ ਉਹ ਬਹੁਤ ਵਧੀਆ। ਯੂਕੇ ਦੇ ਵਿੱਚ ਅਸੀਂ ਬੈਕਅਪ ਪਲਾਨ ਘੱਟੋ ਘੱਟ 2 ਜਾਂ 3 ਯੂਨੀਵਰਸਿਟੀਜ਼ ਦੇ ਵਿੱਚ ਐਟ ਏ ਟਾਈਮ ਕੰਪਨੀ ਸਾਡੇ ਵੱਲੋਂ ਅਪਲਾਈ ਕਰਕੇ ਚੱਲਦੀ ਹੈ। ਔਰ ਸਭ ਤੋਂ ਵੱਡੀ ਇੱਕ ਖਾਸੀਅਤ ਜੋ ਕਿ ਤੁਹਾਨੂੰ ਸਭ ਨੂੰ ਪਤਾ, ਮੈਂ ਫਿਰ ਇੱਕ ਵਾਰ ਰਿਪੀਟ ਕਰਨਾ ਚਾਹਾਂਗਾ ਕਿ ਵਿਸ਼ਵਾਸ ਇੰਟਰਨੈਸ਼ਨਲ ਅੱਜ ਵੀ ਯੂਕੇ ਦਾ ਸਟੂਡੈਂਟ ਵੀਜ਼ਾ ਪੇਮੈਂਟ ਜਿਹੜੀ ਹੈ ਆਫਟਰ ਵੀਜ਼ਾ ਤੁਸੀਂ ਕਰ ਸਕਦੇ ਹੋ। ਟਿਊਸ਼ਨ ਫੀਸ ਦਾ ਤੁਹਾਡਾ ਰਿਸਕ ਨਹੀਂ ਰਹੇਗਾ, ਕੰਪਨੀ ਵੱਲੋਂ ਪੇ ਕੀਤੀ ਜਾਏਗੀ। ਐਮਬੈਸੀ ਫੀਸ, ਇੰਸ਼ੋਰੈਂਸ ਸਾਡੇ ਵੱਲੋਂ ਪੇ ਕੀਤੀ ਜਾਏਗੀ। ਜਿਹੜਾ ਮੇਜਰ ਰਿਸਕ ਹੈ ਉਹ ਇਹੀ ਹੈ। ਜਿਹੜਾ ਵਿਸ਼ਵਾਸ ਇੰਟਰਨੈਸ਼ਨਲ ਦਾ ਤੁਸੀਂ ਦੱਸਿਆ, ਉਹਨਾਂ ਦੀ ਸਰਵਿਸਿਜ਼ ਨੇ, ਜਿਨ੍ਹਾਂ ਹੁਣ ਬਾਕੀਆਂ ਨੂੰ ਪ੍ਰੋਬਲਮਸ ਆ ਰਹੀਆਂ, ਕਿਸੇ ਦਾ ਕੈਸ਼ ਨਹੀਂ ਆਇਆ, ਕਿਸੇ ਦਾ ਅਨਕੰਡੀਸ਼ਨਲ ਨਹੀਂ ਆਇਆ, ਜੇ ਉਹ ਵਿਸ਼ਵਾਸ ਇੰਟਰਨੈਸ਼ਨਲ ਤੱਕ ਆਉਂਦੇ ਆ, ਕੋਈ ਹੱਲ ਨਿਕਲਦਾ ਉਹਨਾਂ ਦਾ? ਦੇਖੋ, ਜੇਕਰ ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈ, ਤੁਹਾਡੇ ਕੋਲ ਆਇਲਸ ਹੈਗੇ, ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਵਿਦਆਊਟ ਆਇਲਸ ਤੁਹਾਡਾ ਵੀਜ਼ਾ ਨਹੀਂ ਹੋਏਗਾ। ਵਿਦਆਊਟ ਆਇਲਸ ਪ੍ਰੋਫਾਈਲ ਵੀ ਸਾਡੇ ਕੋਲੋਂ ਆਪਣੀ ਅਸੈਸਮੈਂਟ ਕਰਵਾ ਕੇ ਵੀਜ਼ਾ ਲੈ ਸਕਦੇ ਹਾਂ, ਬਟ ਵਿਦਆਊਟ ਆਇਲਸ ਤੋਂ ਉਨੀ ਜ਼ਿਆਦਾ ਆਪਸ਼ਨਸ ਨਹੀਂ ਹੈ, ਜਿਹਦੇ ਚਲਦੇ ਕਿ ਮੈਂ ਸੈਪਟੈਂਬਰ ਇਨਟੇਕ ਕਮਿਟ ਨਹੀਂ ਕਰ ਸਕਦਾ। ਬਟ ਹਾਂ, ਜੇ ਤੁਹਾਡਾ ਕੰਡੀਸ਼ਨਲ ਆਫਰ ਆਇਆ, ਕੰਡੀਸ਼ਨਸ ਬ੍ਰੇਕ ਨਹੀਂ ਹੋ ਰਹੀ, ਇੰਟਰਵਿਊ ਨਹੀਂ ਕਰੈਕ ਹੋ ਰਿਹਾ, ਜਾਂ ਆਫਰ ਲੈਟਰ ਨਹੀਂ ਆ ਰਿਹਾ, ਪੇਮੈਂਟ ਨਹੀਂ ਕੀਤੀ ਔਰ ਕੈਸ਼ ਦੇ, ਚਲੋ ਤਾਂ ਫਿਰ ਕੈਸ਼ ਰਿਕੁਐਸਟ ਦਾ ਤਾਂ ਮਤਲਬ ਹੀ ਨਹੀਂ, ਤਾਂ ਤੁਸੀਂ ਆਪਣੀ ਪ੍ਰੋਫਾਈਲ ਇੱਕ ਵਾਰ ਸਾਡੇ ਕੋਲ ਜ਼ਰੂਰ ਅਸੈਸ ਕਰਾਓ। ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਸੈਪਟੈਂਬਰ ਇਨਟੇਕ ਦੇ ਅੰਦਰ ਆਫਰ ਲੈਟਰ ਔਰ ਕੈਸ਼ ਲੈਟਰ ਲੈ ਕੇ ਵੀਜ਼ਾ ਦਿਲਵਾਉਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ। ਤੁਸੀਂ ਯੂਕੇ ਸੰਬੰਧੀ ਕੋਈ ਜਾਣਕਾਰੀ ਚਾਹੁੰਦੇ ਹੋ, ਵਿਦ ਸਪਾਊਸ ਜਾਂ ਵਿਦਆਊਟ ਸਪਾਊਸ, ਤੁਸੀਂ ਵਿਸ਼ਵਾਸ ਇੰਟਰਨੈਸ਼ਨਲ ਤੱਕ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਨੰਬਰ ਚੱਲ ਰਹੇ ਨੇ, ਉੱਤੇ ਕਾਲ ਕਰਕੇ ਜਾਂ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਹੁਣ ਨਾਲ ਦੀ ਨਾਲ ਗੱਲ USA ਬਾਰੇ ਵੀ ਕਰ ਲਈਏ, ਕਿਉਂਕਿ ਦੋਨੋਂ ਹੀ ਵਿਦਆਊਟ ਆਇਲਸ ਨੂੰ ਐਂਟਰਟੇਨ ਕਰਦੇ ਨੇ। ਵਿਦਆਊਟ ਆਇਲਸ ਬਟ ਵਿਦਆਊਟ ਇੰਟਰਵਿਊ ਨਹੀਂ, ਫਿਰ ਇੰਟਰਵਿਊ ਦੇ ਟਾਈਮ ਅਵੇਲੇਬਲ ਨਹੀਂ, ਸਲੋਟ ਅਵੇਲੇਬਲ ਫॉर द ਬਾਇਓਮੈਟ੍ਰਿਕਸ ਨਹੀਂ, I-20 ਆ ਜਾਂਦੀ ਹੈ, ਉਸ ਤੋਂ ਬਾਅਦ ਔਖਿਆਈਆਂ।
ਕਿਵੇਂ ਹੈ USA ਦਾ ਇਸ ਟਾਈਮ ਮਾਹੌਲ? ਨਹੀਂ, ਜਿਹੜੀ ਤੁਹਾਡੀ ਪਹਿਲੀ ਗੱਲ ਆ ਉਹ ਤੋਂ ਮੈਂ ਬਿਲਕੁਲ 100% ਐਗਰੀ ਕਰਦਾ, ਬਟ ਜਿਹੜੀ ਦੂਸਰੀ ਗੱਲ ਹੈ ਕਿ ਇੰਟਰਵਿਊ ਦੇ ਸਲੋਟ ਅਵੇਲੇਬਲ ਨਹੀਂ, ਉਹ ਹੁਣ ਜਿਹੜੀ ਹੈ ਬੀਤੀ ਗੱਲ ਹੋ ਗਈ ਹੈ। ਅੱਜ ਦੀ ਤਰੀਕ ਦੇ ਵਿੱਚ ਰੂਟੀਨ ਦੇ ਵਿੱਚ ਵਿਸ਼ਵਾਸ ਇੰਟਰਨੈਸ਼ਨਲ ਕਿ ਸਾਰੀ ਕੰਪਨੀਜ਼ ਨੂੰ ਸਲੋਟ ਟਾਈਮ ਟੂ ਟਾਈਮ ਖੁੱਲ ਰਹੇ ਹੈ, ਰੂਟੀਨ ਦੇ ਵਿੱਚ ਅਪਾਇੰਟਮੈਂਟਸ ਅਵੇਲੇਬਲ ਹੋ ਰਹੀਆਂ, ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਜਾ ਰਿਹਾ। ਮੈਂ ਪਹਿਲੇ ਵੀ ਆਪਣੇ ਕਈ ਪ੍ਰੋਗਰਾਮਸ ਦੇ ਉੱਤੇ ਇਸ ਮੰਚ ਦੇ ਉੱਤੇ ਬੋਲ ਚੁੱਕੇ ਹਾਂ, ਚੀਜ਼ ਦੱਸ ਚੁੱਕੇ ਹਾਂ ਕਿ US ਦਾ ਵੀਜ਼ਾ ਕਿਤੇ ਨਾ ਕਿਤੇ ਡਿਪੈਂਡ ਕਰਦਾ ਕਿ ਤੁਹਾਡਾ ਕੰਸਲਟੈਂਟ ਕਿੰਨਾ ਕੁ ਐਕਸਪੀਰੀਅੰਸਡ ਹੈ। ਲੋਕਾਂ ਨੂੰ ਲੱਗਦਾ ਕਿ US ਦਾ ਵੀਜ਼ਾ ਬਹੁਤ ਔਖਾ ਹੈ। ਮੈਂ ਕਹਿੰਦਾ ਕਿ US ਦੇ ਵਰਗਾ ਕੋਈ ਆਸਾਨ ਵੀਜ਼ਾ ਹੀ ਨਹੀਂ ਹੈ। ਨਾ ਕੋਈ ਪ੍ਰੋਸੈਸਿੰਗ ਟਾਈਮ ਲੈਂਦੇ ਆ, ਨਾ ਕੋਈ ਫੰਡ ਚੈੱਕ ਕਰਦੀ ਹੈ ਐਮਬੈਸੀ, ਨਾ ਕੋਈ ਡਾਕੂਮੈਂਟ ਚੈੱਕ ਕਰਦੀ ਹੈ। ਛੋਟੀਆਂ ਛੋਟੀਆਂ ਚੀਜ਼ਾਂ, ਤੁਹਾਡੀ I-20 ਕਿਹੜੀ ਯੂਨੀਵਰਸਿਟੀ ਤੋਂ ਆਈ ਹੈ, ਤੁਹਾਡਾ ਜਿਹੜਾ DS-160 ਜਿਹਨੂੰ ਕਿ ਵੀਜ਼ਾ ਐਪਲੀਕੇਸ਼ਨ ਫਾਰਮ ਕਹਿੰਦੇ ਆ, ਉਹ ਕਿੱਦਾਂ ਦਾ ਭਰਿਆ, ਉਹਦੇ ਅੰਦਰ ਕਿੰਨੇ ਸਮਾਰਟਲੀ 2-3 ਕੁਐਸਚਨਸ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਕਿੰਨੇ ਸਮਾਰਟਲੀ ਆਨਸਰ ਕੀਤਾ। ਇੰਟਰਵਿਊ ਦੇ ਲਈ ਕਿਸ ਤਰ੍ਹਾਂ ਦੀ ਗਾਈਡਲਾਈਨ ਦਿੱਤੀ ਗਈ ਹੈ ਐਪਲੀਕੈਂਟ ਨੂੰ, ਸਟੂਡੈਂਟਸ ਨੂੰ, ਉਹਦੀ ਅਪੀਅਰੈਂਸ ਕਿੱਦਾਂ ਦੀ ਹੋਣੀ ਚਾਹੀਦੀ ਹੈ, ਉਹਦੀ ਬਾਡੀ ਲੈਂਗੁਏਜ ਕਿੱਦਾਂ ਦੀ ਹੋਣੀ ਚਾਹੀਦੀ ਹੈ, ਉਹਦਾ ਡਰੈਸਿੰਗ ਸੈਂਸ ਕਿੱਦਾਂ ਦਾ ਹੋਣਾ ਚਾਹੀਦਾ, ਕਿਹੜੇ ਕੁਐਸਚਨ ਦਾ ਕਿਸ ਲੈਵਲ ਤੱਕ ਕਿੰਨਾ ਕੁ ਜਵਾਬ ਦੇਣਾ, ਟੂ ਦਾ ਪੁਆਇੰਟ ਗੱਲ ਕਰਨੀ ਹੈ ਜਾਂ ਬਹੁਤ ਜ਼ਿਆਦਾ ਵਿਸਤਾਰ ਨਾਲ ਡਿਟੇਲ ਦੇ ਵਿੱਚ ਆਨਸਰ ਕਰਨਾ, ਯੂਨੀਵਰਸਿਟੀ ਦੇ ਇਲਾਵਾ ਇੱਕ ਤੋਂ ਇਲਾਵਾ ਹੋਰ ਕਿੰਨੀ ਕੁ ਯੂਨੀਵਰਸਿਟੀ 'ਚ ਅਪਲਾਈ ਕੀਤਾ। ਮੇਰਾ ਕਹਿਣ ਦਾ ਮਤਲਬ ਇਹ ਹੈ, ਮੈਂ ਚਲੋ 100% ਗਾਰੰਟੀ ਵਰਡ ਤਾਂ ਨਹੀਂ ਯੂਜ਼ ਕਰ ਸਕਦਾ, ਕਦੇ ਵੀ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਕੰਟਰੀ ਲਈ ਕਿਸੇ ਵੀ ਕੰਡੀਸ਼ਨ ਦੇ ਵਿੱਚ, ਬਟ ਹਾਂ ਜੇਕਰ ਤੁਹਾਡਾ ਪ੍ਰੋਫਾਈਲ ਐਵਰੇਜ ਹੈ, ਪ੍ਰੋਫਾਈਲ ਦਾ ਮਤਲਬ ਇਹ ਹੈ ਕਿ ਆਫਰ ਲੈਟਰ I-20 ਦੀ ਮੈਂ ਗੱਲ ਕਰ ਰਿਹਾ ਕਿ ਅਗਰ ਤੁਹਾਨੂੰ ਕਿਸੇ ਅੱਛੀ ਯੂਨੀਵਰਸਿਟੀ ਦੇ ਲਈ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ ਹੋ। ਕੀ ਹੈ ਉਹ ਕ੍ਰਾਈਟੇਰੀਆ? ਦੇਖੋ, ਜਿਸ ਤਰ੍ਹਾਂ ਕਿ ਮੈਂ ਹੁਣ ਤੁਹਾਨੂੰ ਦੱਸਿਆ ਕਿ ਐਕਸਪੀਰੀਅੰਸਡ ਕੰਸਲਟੈਂਟ, ਹੁਣ ਉਸ ਕ੍ਰਾਈਟੇਰੀਆ ਦੇ ਵਿੱਚ ਸਭ ਤੋਂ ਪਹਿਲੇ ਸੋਚਣ ਵਾਲੀ ਗੱਲ ਇਹ ਹੈ ਕਿ ਹਾਈ ਕਮਿਸ਼ਨ ਦੇ ਕੋਲ ਮੈਂ ਹੁਣੇ ਦੱਸ ਕੇ ਹਟਿਆ ਕਿ ਕੋਈ ਫੰਡ, ਕੋਈ ਸਕੂਲ ਸਰਟੀਫਿਕੇਟ, ਕੋਈ ਐਕਸਪੀਰੀਅੰਸ ਸਰਟੀਫਿਕੇਟ, ਕੋਈ ਡਾਕੂਮੈਂਟ ਨਾਟ ਇਨਟੂ ਦਾ ਫਾਰਮ ਆਫ ਸੌਫਟ ਕਾਪੀ, ਨਾਟ ਇਨਟੂ ਦਾ ਫਾਰਮ ਆਫ ਹਾਰਡ ਕਾਪੀ ਸਬਮਿਟ ਨਹੀਂ ਹੁੰਦੇ। ਦੇ ਵਿਲ ਨੈਵਰ ਆਸਕ ਫॉर ਥੀਸ ਡਾਕੂਮੈਂਟਸ, ਬਟ ਜਿਹੜੇ ਡਾਕੂਮੈਂਟ ਜਾਣੇ ਆ ਬੱਚੇ ਦੇ DS-160 ਦੇ ਅੰਦਰ ਜਿਹੜੀ ਮੇਜਰ ਡਿਟੇਲ ਹੁੰਦੀ ਹੈ ਉਹ ਯੂਨੀਵਰਸਿਟੀ ਦੀ ਹੁੰਦੀ ਹੈ। ਇਟ ਮੀਨਸ ਯੂਨੀਵਰਸਿਟੀ ਦਾ ਰੈਂਕ ਕੀ ਹੈ। ਵੀਜ਼ਾ ਆਫਿਸਰ ਨੂੰ ਤੁਹਾਡੇ ਇੰਟਰਵਿਊ ਦੌਰਾਨ ਡਿਊਰਿੰਗ ਇੰਟਰਵਿਊ ਹੀ ਔਰ ਸ਼ੀ ਵਿਲ ਕਮ ਟੂ ਨੋ ਅਬਾਊਟ ਦਾ status of the and ranking of the university in which you applied for the program for your further studies। ਹੁਣ ਇੱਥੇ ਇੱਕ ਪੁਆਇੰਟ ਜੁੜਦਾ ਰੈਲੇਵੈਂਸੀ ਔਰ ਕਨੈਕਟੀਵਿਟੀ ਕੀ ਬਣਦੀ ਹੈ ਕਿ ਅਗਰ ਤੁਸੀਂ ਅੱਛੇ ਲੈਵਲ ਦੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਾ, ਉਹਦੇ ਲਈ ਤੁਹਾਨੂੰ ਅਕੈਡਮਿਕ ਡਾਕੂਮੈਂਟ ਵਧੀਆ ਚਾਹੀਦੇ ਆ, ਰਿਕਾਰਡ ਵਧੀਆ ਹੋਣਾ ਚਾਹੀਦਾ। ਜੇਕਰ ਤੁਹਾਡੀ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਪਰਸੈਂਟੇਜ ਅੱਛੀ ਹੈ, ਗੈਪ ਨਹੀਂ ਹੈ, ਸਪੈਸ਼ਲੀ 12th ਪਾਸ ਸਟੂਡੈਂਟ ਲਈ, ਹਾਂ if you are graduate and having a study gap of up to 5-10 years that can be manageable, ਕਿਉਂਕਿ ਉੱਥੇ ਵਰਕ ਐਕਸਪੀਰੀਅੰਸ ਤੁਸੀਂ ਜਸਟੀਫਿਕੇਸ਼ਨ ਦੇ ਕੇ ਆਪਣਾ ਕਲੀਅਰ ਕਰ ਸਕਦੇ ਹੋ ਉਹਨਾਂ ਨੂੰ ਗੈਪ ਦਾ। ਬਟ 12th ਪਾਸ ਸਟੂਡੈਂਟ ਹੈ ਜਾਂ ਗ੍ਰੈਜੂਏਟ ਸਟੂਡੈਂਟ ਹੈ, ਤੁਹਾਡੇ ਜਿਹੜੇ ਐਕੈਡਮਿਕ ਡਾਕੂਮੈਂਟ ਹੈ ਉਹਨਾਂ ਦਾ ਲੈਵਲ, ਉਹਨਾਂ ਦਾ ਕ੍ਰਾਈਟੇਰੀਆ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਚੰਗੀ ਯੂਨੀਵਰਸਿਟੀ ਤੋਂ ਨਾ ਸਿਰਫ ਆਫਰ ਲੈਟਰ ਬਲਕਿ I-20 ਲੈ ਸਕੋ ਜੀ। ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟਸ ਦੀ ਵੈਲਿਊ ਜ਼ੀਰੋ ਹੈ। ਦਿਸ ਇਜ਼ ਦਾ ਰੀਜ਼ਨ ਕਿ US ਐਮਬੈਸੀ ਦੇ ਵਿੱਚ ਕਈ ਵਾਰ 33% ਵਾਲਾ ਬੱਚਾ ਵੀਜ਼ਾ ਲੈ ਆਉਂਦਾ ਔਰ 90% ਵਾਲਾ ਰਿਫਿਊਜ਼ ਹੋ ਜਾਂਦਾ। ਤੁਹਾਡੇ ਕੰਪਨੀ ਦੀ ਐਕਸਪੀਰੀਅੰਸ ਤੇ ਐਕਸਪਰਟਾਈਜ਼ ਵਿਦ ਦਾ US ਕੀ ਰਿਹਾ ਹੈ? ਕਿੱਦਾਂ ਦਾ ਐਕਸਪੀਰੀਅੰਸ? ਬਹੁਤ ਅੱਛਾ ਹੈ। ਅਸੀਂ ਰੂਟੀਨ ਦੇ ਵਿੱਚ ਵੀਜ਼ਾਸ ਲੈ ਰਹੇ ਹਾਂ। ਇੱਥੇ ਤੱਕ ਕਿ ਮੈਂ ਓਪਨ ਚੈਲੰਜ ਇਸ ਮੰਚ 'ਤੇ ਕਰਦਾ, ਜੇਕਰ ਤੁਹਾਡਾ ਪ੍ਰੋਫਾਈਲ ਵਧੀਆ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵੀਜ਼ਾ ਲੱਗ ਸਕਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ, ਐਂਡ ਇਫ ਯੂ ਡੋਂਟ ਵਾਂਟ ਟੂ ਟੇਕ ਰਿਸਕ ਆਫ ਈਵਨ ਅ ਸਿੰਗਲ ਪੈਨੀ, ਆਪਾਂ ਤੁਹਾਡਾ ਫੁੱਲ ਪੇਮੈਂਟ ਆਫਟਰ ਵੀਜ਼ਾ ਤੋਂ ਬਾਅਦ ਵੀ USA ਦਾ ਪੈਕੇਜ ਕਰਾਂਗੇ। USA ਵੈਸੇ ਹੀ ਬਾਅਦ 'ਚ ਹੀ ਜਾਂਦਾ ਸਾਰਾ, ਸਿਰਫ ਪਹਿਲੇ ਸਰਵਿਸ ਫੀਸ ਤੇ I-20 ਫੀਸ ਆ। ਸਰਵਿਸ ਫੀਸ, I-20, ਕੁਰੀਅਰ ਚਾਰजेस, ਐਮਬੈਸੀ ਫੀਸ ਮਿਲਾ ਕੇ ਘੱਟੋ ਘੱਟ 60-65 ਹਜ਼ਾਰ ਰੁਪਏ ਦਾ ਖਰਚਾ ਪੈ ਜਾਂਦਾ। ਉਹ ਵੀ ਤੁਹਾਡੀ ਕੰਪਨੀ ਬੇਅਰ ਕਰਨ ਨੂੰ ਤਿਆਰ ਹੈ ਜੇ ਪ੍ਰੋਫਾਈਲ ਅੱਛੀ ਹੈ ਜੀ। ਇਹ ਸਾਰਿਆਂ ਲਈ ਐਪਲੀਕੇਬਲ ਨਹੀਂ ਹੋਏਗਾ। ਦੇਖੋ, ਸਾਰਿਆਂ ਲਈ ਐਪਲੀਕੇਬਲ ਕੀ ਹੈ ਕਿ ਬੇਸ਼ੱਕ ਤੁਸੀਂ 60,000 ਪਹਿਲਾਂ ਵੀ ਪੇ ਕਰ ਰਹੇ ਹੋ, ਅਸੀਂ ਕੰਮ ਕਰਨਾ ਵੀਜ਼ਾ ਵਾਸਤੇ ਜਿਹਦਾ ਪ੍ਰੋਫਾਈਲ ਹੀ ਵੀਜ਼ਾ ਦੇ ਲਈ ਐਲੀਜੀਬਲ ਨਹੀਂ ਹੈ। ਚਾਹੇ ਤੁਸੀਂ ਉਸ ਕੰਡੀਸ਼ਨ 'ਚ ਐਡਵਾਂਸ ਪੇ ਕਰ ਰਹੇ ਹੋ, ਚਾਹੇ ਆਫਟਰ ਪੇ ਕਰ ਰਹੇ ਹੋ, ਹਾਰਡਲੀ ਮੈਟਰ ਫॉर ਅਸ, ਬਿਕੋਜ਼ ਜਿਹੜਾ ਪ੍ਰੋਫਾਈਲ ਵੀਜ਼ਾ ਵਾਲਾ ਹੈ ਹੀ ਨਹੀਂ ਉਹਦੇ ਉੱਪਰ ਆਪਾਂ ਕੰਮ ਕਰਨਾ ਹੀ ਪਸੰਦ ਨਹੀਂ ਕਰਾਂਗੇ। ਮੈਟਰ ਨਹੀਂ ਕਰਦਾ ਕਿ ਤੁਸੀਂ ਐਡਵਾਂਸ ਪੇਮੈਂਟ ਦੇ ਰਹੇ ਹੋ ਜਾਂ ਆਫਟਰ ਪੇਮੈਂਟ ਦੇ ਰਹੇ ਹੋ।
ਕੋਈ ਵੀ ਜਾਣਕਾਰੀ ਯੂਕੇ ਨੂੰ ਲੈ ਕੇ ਜਾਂ USA ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਲੈਣਾ ਚਾਹੁੰਦੇ ਹੋ, ਕੋਈ ਆ ਰਹੀ ਹੈ, ਕੋਈ ਡਾਊਟ ਹੈ, ਕੋਈ ਕਨਫਿਊਜ਼ਨ ਹੈ, ਤਾਂ ਵਿਸ਼ਵਾਸ ਇੰਟਰਨੈਸ਼ਨਲ ਦੇ ਨੰਬਰ ਚੱਲ ਰਹੇ ਨੇ, ਉਹਨਾਂ ਨੂੰ ਕਾਲ ਕਰਕੇ ਜਿਹੜੀ ਹੈ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਤੁਸੀਂ ਇੱਕ ਦੇਖ ਰਹੇ ਹੋਣੇ ਸਕਰੋਲ ਰੂਪ 'ਚ ਚੱਲ ਵੀ ਰਿਹਾ ਇੱਕ ਸੈਮੀਨਾਰ ਦੀ ਇਨਫੋਰਮੇਸ਼ਨ ਹੈ। ਭੇਵਾ ਸੈਮੀਨਾਰ ਕਰਾਇਆ ਜਾ ਰਿਹਾ ਹੈ ਹਰਿਆਣਾ ਭੇਵਾ ਵਿਖੇ। ਮੈਂ ਚਾਹੁੰਦਾ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਦੇ ਦਿਓ, ਕੀ ਹੈ, ਕਿਹੜੀ ਕਿਹੜੀ ਕੰਟਰੀ ਨੂੰ ਇਹਦੇ ਵਿੱਚ ਟਾਰਗੇਟ ਕੀਤਾ ਜਾਏਗਾ, ਕੀ ਐਡਵਾਂਟੇਜਿਸ ਰਹਿਣਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਭ ਨੂੰ ਅਨਾਉਂਸ ਕਰਨਾ ਚਾਹੁੰਦਾ ਕਿ ਬਾਏ ਦਾ ਬਲੈਸਿੰਗ ਆਫ ਵਾਹਿਗੁਰੂ ਜੀ, ਬਾਏ ਦਾ ਬਲੈਸਿੰਗ ਆਫ ਗੋਡ, ਬਾਏ ਦਾ ਗੁੱਡ ਵਿਸ਼ੇਸ ਆਫ ਆਲ ਦਾ ਕਲਾਇੰਟਸ ਔਰ ਸਟੂਡੈਂਟਸ, ਇੱਕ ਹੋਰ ਬ੍ਰਾਂਚ ਓਪਨ ਕੀਤੀ ਹੈ ਭੇਵਾ ਦੇ ਵਿੱਚ ਵਿਸ਼ਵਾਸ ਇੰਟਰਨੈਸ਼ਨਲ ਨੇ, ਜਿਹਨੂੰ ਤਕਰੀਬਨ 2 ਤੋਂ 3 ਮਹੀਨੇ ਹੋ ਚੱਲੇ ਆ, ਔਰ ਰਿਸਪੌਂਸ ਜਿਹੜਾ ਬਹੁਤ ਵਧੀਆ ਆ ਰਿਹਾ, ਜਿਹਦੇ ਚੱਲਦੇ ਕਿ ਵਿਸ਼ਵਾਸ ਇੰਟਰਨੈਸ਼ਨਲ ਇੱਕ ਮੈਗਾ ਸੈਮੀਨਾਰ ਆਰਗੇਨਾਈਜ਼ ਕਰਨ ਜਾ ਰਿਹਾ, ਜਿਹਦੇ ਵਿੱਚ US ਤੋਂ, UK ਤੋਂ, ਯੂਰਪ ਤੋਂ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ ਵੱਖ-ਵੱਖ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਡਾਇਰੈਕਟ ਪਾਰਟਿਸਿਪੇਟ ਕਰ ਰਹੇ ਆ। ਤੁਸੀਂ ਉੱਥੇ ਵੱਧ ਤੋਂ ਵੱਧ ਨੰਬਰਸ ਦੇ ਵਿੱਚ ਪਹੁੰਚ ਕੇ ਆਪਣੀ ਪ੍ਰੋਫਾਈਲ ਨੂੰ ਅਸੈਸਮੈਂਟ ਕਰਵਾ ਕੇ ਵਧੀਆ ਗਾਈਡਲਾਈਨ ਲੈ ਸਕਦੇ ਹੋ ਔਰ ਆਪਣਾ ਵੀਜ਼ਾ ਪ੍ਰੋਸੈਸ ਕਰਵਾ ਸਕਦੇ ਹੋ। ਕੁਝ ਖਾਸ ਕੰਟਰੀਜ਼ ਨੂੰ ਇਹਦੇ ਵਿੱਚ ਜਿਹੜਾ ਰੱਖਿਆ ਜਾਏਗਾ? ਮੈਂ ਜਿਸ ਤਰ੍ਹਾਂ ਕਿ ਦੱਸਿਆ ਹੈ ਕਿ ਦੇਖੋ ਸਾਡਾ ਜਿਹੜਾ ਮੇਜਰ ਫੋਕਸ ਰਹੇਗਾ ਉਹ ਆਸਟ੍ਰੇਲੀਆ, ਕੈਨੇਡਾ, US ਔਰ UK ਤੇ ਰਹੇਗਾ। ਮੇਜਰ ਸਾਰੀਆਂ ਕੰਟਰੀਜ਼ ਹਾਂ, ਨੇ। ਬਾਕੀ ਨੇ ਯੂਰਪ ਦੇ ਵਿੱਚ ਵੀ ਆਪਾਂ ਇਹਦੇ ਵਿੱਚ ਹੰਗਰੀ ਦੇ ਔਰ ਲੈਟਵੀਆ ਦੇ ਰਿਪਰੈਜ਼ੈਂਟੇਟਿਵ ਨੂੰ ਵੀ ਇਨਵਾਈਟ ਕੀਤਾ ਜੀ। ਸੋ ਓਵਰਆਲ ਮੇਰੇ ਖਿਆਲ ਯੂਰਪ ਨੂੰ ਲੈ ਕੇ ਗੱਲ ਕਰੀਏ, ਕੈਨੇਡਾ ਨੂੰ ਲੈ ਕੇ, ਆਸਟ੍ਰੇਲੀਆ, UK, USA ਸਾਰਿਆਂ ਨੂੰ ਲੈ ਕੇ ਜਿਹੜੀ ਇਨਫੋਰਮੇਸ਼ਨ ਤੁਸੀਂ ਉੱਥੇ ਲੈ ਸਕਦੇ ਹੋ। ਟਾਈਮਿੰਗਸ ਕੀ ਰਹਿਣਗੀਆਂ ਭਾਜੀ ਇਹਦੇ? 10 ਵਜੇ ਤੋਂ ਲੈ ਕੇ 5 ਵਜੇ ਤੱਕ ਜੀ। ਤੇ ਕੁਝ ਪਹਿਲੇ ਆਪਣੇ ਕੋਈ ਅਪਾਇੰਟਮੈਂਟ ਬੁੱਕ ਕਰਵਾ ਕੇ ਆਉਣਾ ਪੈਣਾ ਜਾਂ ਸਿੱਧੀ ਵਾਕਿੰਗ ਵੀ ਹੋ ਸਕਦੀ ਹੈ? ਨਹੀਂ, ਸਿੱਧੀ ਵਾਕ-ਇਨ ਕਰ ਸਕਦੇ ਹੋ। ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ ਵੀ ਦਿੱਤਾ ਜਾ ਰਿਹਾ ਐਡਵਰਟਾਈਜ਼ਮੈਂਟ ਦੇ ਉੱਪਰ, ਸਾਡੇ ਫੇਸਬੁੱਕ ਪੇਜ ਦੇ ਉੱਪਰ। ਅਦਰਵਾਈਜ਼ ਤੁਸੀਂ ਕੋਈ ਐਂਟਰੀ ਫੀਸ ਨਹੀਂ ਹੈ, ਕੋਈ ਚਾਰजेस ਨਹੀਂ ਹੈ, ਤੁਸੀਂ ਸਿੱਧੇ ਉੱਥੇ ਆ ਕੇ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਕਿਹੜੇ ਇਨਟੇਕ ਦੀ ਗੱਲ ਕਰਾਂਗੇ ਜੇ ਕੈਨੇਡਾ ਦੀ ਗੱਲ ਕਰੀਏ, ਉਦੋਂ ਅਵੇਲੇਬਿਲਟੀ ਕਿਹੜੀ ਰਹੇਗੀ? ਬਟ ਆਫ ਕੋਰਸ ਦੇਖੋ ਕੈਨੇਡਾ ਦੇ ਵਿੱਚ ਹੁਣ ਅਗਰ ਕੈਨੇਡਾ ਦੀ ਗੱਲ ਕਰੀਏ ਤੇ ਜਨਵਰੀ ਇਨਟੇਕ ਦੇ ਅੰਦਰ ਕੁਛ ਇੱਕ ਕਾਲਜਸ ਯੂਨੀਵਰਸਿਟੀਜ਼ ਹੈ ਜਿਨ੍ਹਾਂ ਦੇ ਵਿੱਚ ਹਲੇ ਵੀ ਕੁਝ ਸੀਟਸ ਅਵੇਲੇਬਲ ਹੈਗੀਆਂ, ਔਰ ਬਾਕੀ ਫਰਦਰ ਅੱਗੇ ਆਫ ਕੋਰਸ ਜਿਹੜਾ ਮੇਨ ਇਨਟੇਕ ਹੈ ਉਹਦੇ ਉੱਪਰ ਗੱਲ ਕੀਤੀ ਜਾਏਗੀ। ਔਰ ਅਗਰ ਆਪਾਂ UK ਦੀ ਗੱਲ ਕਰੀਏ ਤਾਂ ਜਨਵਰੀ ਇਨਟੇਕ ਇਹ ਹੋਏਗਾ, ਆਸਟ੍ਰੇਲੀਆ ਦੀ ਗੱਲ ਕਰੀਏ ਤੇ ਜਨਵਰੀ ਇਨਟੇਕ ਹੋਏਗਾ, USA ਦੀ ਗੱਲ ਕਰੀਏ ਤੇ ਜਨਵਰੀ ਇਨਟੇਕ ਹੋਏਗਾ। ਇਸ ਤੋਂ ਇਲਾਵਾ ਆਪਸ਼ਨ ਨਹੀਂ ਹੈ ਹੋਰ ਕੋਈ? ਜੇ UK ਦੀ ਸਤੰਬਰ ਇਨਟੇਕ ਦੀ ਗੱਲ ਕਰ ਲਈਏ, ਅਗਰ UK ਦੀ ਸਤੰਬਰ ਇਨਟੇਕ ਦੀ ਗੱਲ ਕਰੋ, ਡਿਪੈਂਡ ਕਰਦਾ ਹੈ। ਜੇਕਰ ਜੋ ਕੋਈ ਐਸਾ ਸਟੂਡੈਂਟ ਹੈ ਜਿਹਦਾ ਪ੍ਰੋਫਾਈਲ ਵਧੀਆ ਹੈ, ਉਹਦੇ ਲਈ ਆਪਾਂ ਕਮਿਟ ਕਰ ਸਕਦੇ ਹਾਂ ਔਰ ਫੰਡਸ ਰੈਡੀ ਹੈ, ਮੇਨਲੀ ਫੰਡਸ ਰੈਡੀ, ਕਿਉਂਕਿ ਅਗਸਤ ਆਲਰੇਡੀ ਹੋ ਜਾਣਾ ਔਰ 5 ਦਿਨ ਔਰ 1 ਦਿਨ ਵਾਲਾ ਵੀਜ਼ਾ ਅਗਰ ਓਪਨ ਹੁੰਦਾ ਫਿਰ ਤਾਂ ਸਤੰਬਰ ਇਨਟੇਕ ਲਈ ਤੁਸੀਂ ਸਾਰੇ ਵੈਲਕਮ ਹੋ। ਅਦਰਵਾਈਜ਼ ਅਗਰ ਤੁਹਾਡੇ ਫੰਡਸ ਰੈਡੀ ਹੈ, ਤੁਹਾਡਾ ਪ੍ਰੋਫਾਈਲ ਵਧੀਆ, ਤੁਸੀਂ ਆਇਲਸ ਕੀਤੀ ਹੈ, ਤੁਹਾਡੇ ਕੋਲ ਮਲਟੀਪਲ ਆਪਸ਼ਨਸ ਹੋਣਗੀਆਂ ਯੂਨੀਵਰਸਿਟੀਜ਼ ਨੂੰ ਚੂਜ਼ ਕਰਨ ਲਈ, ਆਫਰ ਲੈਟਰ ਆਪਾਂ ਵਿਦਨ 4-5 ਵਰਕਿੰਗ ਡੇਜ਼ ਮੰਗਾ ਕੇ ਦੇਵਾਂਗੇ ਤੁਹਾਨੂੰ। ਬਟ ਫਾਈਲ ਹਾਈ ਕਮਿਸ਼ਨ 'ਚ ਤਾਂ ਹੀ ਜਾ ਸਕੇਗੀ ਜੇ ਤੁਹਾਡਾ ਪ੍ਰੋਫਾਈਲ ਵਧੀਆ ਨਹੀਂ ਹੋਏਗਾ ਤਾਂ ਕ੍ਰੈਡੀਬਿਲਿਟੀ ਇੰਟਰਵਿਊ ਨਹੀਂ ਨਿਕਲੇਗਾ, ਕ੍ਰੈਡੀਬਿਲਿਟੀ ਇੰਟਰਵਿਊ ਨਹੀਂ ਨਿਕਲੇਗਾ ਜਾਂ ਫੰਡ ਨਹੀਂ ਰੈਡੀ ਹੋਣਗੇ ਤਾਂ 28 ਦਿਨ ਵੇਟ ਕਰਨੀ ਪਏਗੀ, ਸਤੰਬਰ ਤੋਂ ਉੱਚੇ ਨਿਕਲ ਜਾਣਾ ਜੀ। ਸੋ ਜਿਹੜੇ ਵਿਜ਼ਿਟ ਕਰਨਾ ਚਾਹੁੰਦੇ ਨੇ ਜੀ ਸੈਮੀਨਾਰ ਭੇਵਾ ਵਿਖੇ, ਤੁਸੀਂ ਉੱਥੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਨਵਾਂ ਆਫਿਸ ਖੁੱਲ੍ਹਿਆ ਭੇਵੇ ਦੇ ਨੇੜੇ ਜਿਹੜੇ ਵੀ ਸਾਡੇ ਵਿਊਅਰਸ ਨੇ ਉਹਨਾਂ ਨੂੰ ਅਸੀਂ ਚਾਹਾਂਗੇ ਵੀ ਉਹ ਨੰਬਰ ਨੋਟ ਕਰ ਲੈਣ। ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਡਾਊਟ ਕਨਫਿਊਜ਼ਨ ਹੈ ਤਾਂ ਕਾਉਂਸਲਿੰਗ ਫ੍ਰੀ ਆਫ ਕਾਸਟ ਤੁਸੀਂ ਜਾ ਕੇ ਲੈ ਸਕਦੇ ਹੋ। ਕੁਝ ਸਟੂਡੈਂਟਸ ਆਲਰੇਡੀ ਸਾਡੇ ਨਾਲ ਮੌਜੂਦ ਨੇ ਜਿਹੜੇ ਇਹਨਾਂ ਤੋਂ ਸਰਵਿਸਿਜ਼ ਲੈ ਚੁੱਕੇ ਨੇ। ਵਿਸ਼ਵਾਸ ਇੰਟਰਨੈਸ਼ਨਲ ਉਹਨਾਂ ਨੇ ਜਦੋਂ ਅਪਰੋਚ ਕੀਤਾ ਕਾਉਂਸਲਿੰਗ ਲਈ, ਸਰਵਿਸ ਲਈ, ਕੀ ਐਕਸਪੀਰੀਅੰਸ ਰਿਹਾ, ਆਓ ਮਿਲ ਕੇ ਜਾਣਦੇ ਹਾਂ। My name is Sasha. I'm from Delhi NCR. I have completed my graduation in 2014. I have a 7+ year of study gap and I have contacted Vishwas International online and they helped me throughout the process and now I got a visa for Canada for 2022 May intake and thank you so much for their help and support. Thank you. Hello everyone, my name is Pradyuman. Today I am very happy because I got my Canada student visa with the help of Vishwas International. इवन मुझे बिलीव ही नहीं था कि मेरा वीज़ा आ जाएगा बिकॉज मेरी प्रोफाइल में गैप ही इतना था, बट विश्वास इंटरनेशनल की मदद से मैंने अपना वीज़ा प्राप्त किया और मैं बहुत खुश हूँ और मैं पूरी विश्वास इंटरनेशनल और मुकेश सर का थैंक यू करता हूँ।
Hello everyone, my name is Alicia. I am from Ambala city. Today I have got my Canada study visa and now I am going to Capilano University in Vancouver, and I want to thank each and everyone. I want to thank Mukesh sir and the whole team of Vishwas International for making this all happen, especially for making my dream come true. I am really very overwhelmed and happy. Hello everyone, I am Ramanpreet Kaur and today I am very happy and excited because I got my study visa from Vishwas Internationals. I have 5 years study gap and one time refused from the same country, Canada. And I am from biomedical background and still I choose to go for PG diploma course in project management and I got visa for the same course. And मुझे विश्वास पर पूरा विश्वास था कि मेरा वीज़ा आ जाएगा और जो कि अब आ चुका है एंड मैंने अपनी पूरी पेमेंट आफ्टर वीज़ा पे की है और आई एम वेरी थैंकफुल टू विश्वास इंटरनेशनल्स एंड मुकेश सर. थैंक यू. हेलो एवरीवन, माय नेम इज़ अजय. आई एम फ्रॉम नरवाना. आज मेरा यूके का स्टडी वीज़ा विश्वास इंटरनेशनल ने लाकर दिया है और यह वीज़ा विदाउट आईलेट्स मेरा आया है, जो कि +2 मैंने 2018 में की थी और 4 साल का गैप ईयर होने के साथ साथ मेरा वीज़ा लाकर विश्वास इंटरनेशनल की टीम ने दिया है. तो इस तरह से मैं विश्वास इंटरनेशनल टीम जी का और मुकेश सर का धन्यवाद करता हूं. और एक बात और, विश्वास इंटरनेशनल ने सारी पेमेंट आफ्टर वीज़ा मेरे से ली है. Hello everyone, my name is Roman. I am from Ismailabad. I have completed my senior secondary education in 2019 and still I got my US visa even I have a gap of 3 years. The whole staff member of Vishwas International is very cooperative and also clear all the doubts of related to our profile. I also pay all the payment after getting visa. I am going in University of Memphis for my graduation, so thank you Vishwas International. Hello everyone, my name is Pradyuman. Today I am very happy because I got my Canada student visa with the help of Vishwas International. Even मुझे बिलीव ही नहीं था कि मेरा वीज़ा आ जाएगा बिकॉज मेरी प्रोफाइल में गैप ही इतना था. बट विश्वास इंटरनेशनल की मदद से मैंने अपना वीज़ा प्राप्त किया और मैं बहुत खुश हूँ और मैं पूरी विश्वास इंटरनेशनल और मुकेश सर का थैंक यू करता हूँ. Hello everyone, my name is Alicia. I am from Ambala city. Today I have got my Canada study visa and now I am going to Capilano University in Vancouver, and I want to thank each and everyone. I want to thank Mukesh sir and the whole team of Vishwas International for making this all happen, especially for making my dream come true. I am really very overwhelmed and happy. Hello everyone, I am Ramanpreet Kaur and today I am very happy and excited because I got my study visa from Vishwas Internationals. I have 5 years study gap and one time refused from the same country, Canada. And I am from biomedical background and still I choose to go for PG diploma course in project management and I got visa for the same course. And मुझे विश्वास पर पूरा विश्वास था कि मेरा वीज़ा आ जाएगा और जो कि अब आ चुका है एंड मैंने अपनी पूरी पेमेंट आफ्टर वीज़ा पे की है और आई एम वेरी थैंकफुल टू विश्वास इंटरनेशनल्स एंड मुकेश सर. थैंक यू. ਸੋ ਇਹ ਸੀਗੇ ਜੀ ਕਿ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ. ਸਮਾਂ ਥੋੜਾ ਬਚਦਾ ਬਟ ਭਾਜੀ ਕੋਈ ਜਾਂਦੇ ਜਾਂਦੇ ਖਾਸ ਮੈਸੇਜ. ਬਸ ਮੈਸੇਜ ਮੈਂ ਇਹੀ ਦੇਣਾ ਚਾਹਾਂਗਾ ਕਿ ਬੇਸਿਕਲੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਵੀ ਪ੍ਰੋਫਾਈਲ ਨੂੰ ਇੱਕ ਕੋਈ ਵੀ ਕੰਟਰੀ ਅਗਰ ਦੇਖਿਆ ਜਾਏ ਕਿ ਉਹਨੂੰ ਪਹਿਲੇ ਵੇਲੇ ਗੱਲ ਖਤਮ ਹੋ ਗਈ ਹੈ ਕਿ ਅਗਰ ਤੁਹਾਡੇ ਇੱਕ ਮੋਡਿਊਲ 'ਚ 5.5 ਬੈਂਡ ਹੈ, ਮੈਂ ਕੈਨੇਡਾ ਅਪਲਾਈ ਕਰਨ ਦੇ ਵਾਸਤੇ ਰਿਕਮੈਂਡ ਨਹੀਂ ਕਰਾਂਗਾ. ਇੰਸਟੈਡ ਟੂ ਗੈਟ ਰਿਫਿਊਜ਼ਲ, ਪੈਸਿਆਂ ਦਾ ਨੁਕਸਾਨ ਕਰੋਗੇ, ਟਾਈਮ ਖਰਾਬ ਕਰੋਗੇ, ਪ੍ਰੋਫਾਈਲ ਦੇ ਉੱਪਰ ਨੈਗੇਟਿਵ ਇੰਪੈਕਟ ਪਏਗਾ. ਤੁਸੀਂ ਆਪਣੀ ਪ੍ਰੈਪਰੇਸ਼ਨ ਦੁਬਾਰਾ ਕਰਕੇ ਅਗਰ +2 ਪਾਸ ਬੱਚਾ ਹੈ ਅਤੇ ਆਪਣਾ ਆਇਲਸ ਦਾ ਐਲੀਜੀਬਿਲਿਟੀ ਕ੍ਰਾਈਟੀਰੀਆ ਅਚੀਵ ਕਰਕੇ, ਟਾਰਗੇਟ ਅਚੀਵ ਕਰਕੇ ਵੀਜ਼ਾ ਅਪਲਾਈ ਕਰੋ. ਸੇਮ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪ੍ਰੋਫਾਈਲ ਬਿਲੋ ਐਵਰੇਜ ਹੈ ਅਤੇ ਅਨਨੈਸੈਸਰੀ ਕਿਸੇ ਵੀ ਕੰਸਲਟੈਂਟ ਕੋਲ, ਕਿਸੇ ਵੀ ਏਜੰਸੀ ਕੋਲ ਪੈਸੇ ਨਾ ਫਸਾਓ. ਔਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਬੇਸ਼ੱਕ ਤੁਸੀਂ ਆਸਟ੍ਰੇਲੀਆ, UK, ਯੂਰਪ, USA, ਕੈਨੇਡਾ ਕਿਤੋਂ ਦਾ ਵੀ ਵੀਜ਼ਾ, ਤੁਹਾਡਾ ਪ੍ਰੋਫਾਈਲ ਵਧੀਆ, ਪੇਮੈਂਟ ਆਫਟਰ ਵੀਜ਼ਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ. ਬਟ ਮੇਕ ਸ਼ੋਰ, ਮੈਂ ਦੁਬਾਰਾ ਇਹ ਗੱਲ ਰਿਪੀਟ ਕਰਨਾ ਚਾਹੁੰਦਾ ਕਿ ਵੀ ਵਿਸ਼ਵਾਸ ਇੰਟਰਨੈਸ਼ਨਲ ਪ੍ਰੋਫਾਈਲ ਦੇ ਉੱਪਰ ਕੰਮ ਕਰਨਾ ਪਸੰਦ ਕਰੇਗਾ. ਬੇਸ਼ੱਕ ਤੁਹਾਡਾ ਪ੍ਰੋਫਾਈਲ ਵੀਜ਼ੇ ਵਾਲਾ ਹੈ, ਬੇਸ਼ੱਕ ਤੁਹਾਡਾ ਪ੍ਰੋਫਾਈਲ ਵੀਜ਼ੇ ਵਾਲਾ ਨਹੀਂ ਹੈ, ਜ਼ਰੂਰੀ ਨਹੀਂ ਹੈ ਕਿ ਤੁਸੀਂ ਅੱਛਾ. ਇੱਕ ਚੀਜ਼ ਹੋਰ ਕਿ ਕੈਨੇਡਾ ਦੇ ਲਈ ਸੈਮੀਨਾਰ ਤੱਕ ਜਿਹੜੀ ਵੀ ਐਪਲੀਕੇਸ਼ਨਸ ਅੱਜ ਤੋਂ ਲੈ ਕੇ ਫਰਦਰ ਐਨਰੋਲ ਹੋਣਗੀਆਂ ਉਹਨਾਂ ਲਈ ਕੰਸਲਟੈਂਸੀ ਵਿਸ਼ਵਾਸ ਇੰਟਰਨੈਸ਼ਨਲ ਕੈਨੇਡਾ ਦੀ ਇੱਦਾਂ ਵੀ ਨਹੀਂ ਲੈਂਦਾ. ਪਲੱਸ ਜਿਹੜੀ ਤੁਹਾਡੀ ਐਮਬੈਸੀ ਫੀਸ ਵੀ ਉਹ ਰੀਇੰਬਰਸ ਹੋਏਗੀ. ਜੀ ਬਹੁਤ ਬਹੁਤ ਧੰਨਵਾਦ ਸ਼ੋਅ ਦੇ ਵਿੱਚ ਆਉਣ ਲਈ. ਸ਼ੁਕਰੀਆ.
ਧੰਨਵਾਦ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਲਾਈਵ ਬਣ ਰਹੀ ਹੋਏਗੀ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।